ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਊਨਵ ਊਨਵ ਆਇਆ ਅਵਰ ਕਰੇਂਦਾ ਵੰਨ। ਕਿਆ ਜਾਣਾ ਤਿਸ ਸ਼ਾਸਿਓ ਕੇਵ ਰਹਸੀ ਰੰਗ। ਰੰਗ ਰਹਿਆ ਤਿਨ ਕਾਮਣੀ ਜਿਨ ਮਨ ਭਉ ਭਾਉ ਹੋਏ। ਨਾਨਕ ਭੈ ਭਾਏ ਬਾਰੀ ਤਿਨ ਤਨ ਸੁਖ ਨ ਹੋਏ। ਨਾਨਕ ਭੈ ਭਾਏ ਬਾਹਰੀ ਤਿਨ ਤਨ ਸੁਖ ਨ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਗਰੀਬ ਨਵਾਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਸ਼ਾਮ ਦੇ ਸੁੰਦਰ ਦੀਵਾਨ ਸਜਾਏ ਗਏ ਜਿਸ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ। ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਅਮਰਦੀਪ ਸਿੰਘ ਜੀ ਸੁਲਤਾਨਪੁਰ ਲੋਧੀ ਵਾਲੇ, ਜਿਨ੍ਹਾਂ ਨੇ ਅੱਜ ਇਸ ਗੁਰੂ ਘਰ ਵਿਖੇ ਪਹਿਲੇ ਦਿਨ ਦੇ ਦੀਵਾਨ ਦੀ ਹਾਜ਼ਰੀ ਭਰੀ ਹੈ। ਭਾਈ ਸਾਹਿਬ ਉਹਨਾਂ ਨੇ ਬੜੇ ਪਿਆਰ ਨਾਲ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਕੀਰਤਨ ਪ੍ਰੇਮ ਨਾਲ ਤੇ ਬਹੁਤ ਹੀ ਸੁੰਦਰ ਸੁਰੀਲੀ ਆਵਾਜ਼ ਦੇ ਵਿੱਚ ਆਪ ਸੰਗਤਾਂ ਨੂੰ ਸਰਵਣ ਕਰਵਾਇਆ। ਭਾਈ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਤਨਾ ਸਮਾਂ ਉਹ ਗੁਰੂ ਘਰ ਵਿੱਚ ਸਵੇਰੇ ਸ਼ਾਮੀ ਕੀਰਤਨ ਦੀ ਸੇਵਾ ਕਰਨਗੇ, ਸੰਗਤਾਂ ਵੱਧ ਤੋਂ ਵੱਧ ਗੁਰੂ ਘਰ ਵਿਖੇ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ। ਆਓ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਮਤ ਬੁੱਧ ਬਖਸ਼ਿਸ਼ ਕਰਕੇ ਆਪਣੇ ਪਾਵਨ ਪਵਿੱਤਰ ਸ਼ਲੋਕ ਦੀ ਵਿਚਾਰ ਗਰੀਬ ਨਵਾਜ ਪਾਤਸ਼ਾਹ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ, ਮਨ ਦਾ ਟਿਕਾਓ ਤੇ ਇਕਾਗਰਤਾ ਬਣੇ। ਸਾਰੇ ਪਿਆਰ ਨਾਲ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਲੋਕ ਜੋ ਮਲਾਹ ਰਾਗ ਦੀ ਵਾਰ ਚੱਲ ਰਹੀ ਹੈ, ਉਹਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਬਚਨ, ਜਿਸ ਵਿੱਚ ਮੇਰੇ ਸਾਹਿਬ ਨੇ ਕਿਰਪਾ ਕੀਤੀ। ਸ਼ਲੋਕ ਮਹੱਲਾ ਤੀਜਾ। ਊਨਵ ਊਨਵ ਆਇਆ ਅਵਰ ਕਰਿੰਦਾ ਵਨ। ਊਨਵ ਦਾ ਅਰਥ ਹੈ ਨਿਉ ਕੇ। ਦੋ ਵਾਰ ਸ਼ਬਦ ਵਰਤਿਆ ਹੈ ਊਨਵ ਊਨਵ, ਭਾਵ ਕਿ ਪ੍ਰਭੂ ਪਰਮਾਤਮਾ ਵਾਹਿਗੁਰੂ ਗੁਰੂ ਪਰਮੇਸ਼ਰ
ਨਿਉਂਕੇ ਦਾ ਨੀਵੇਂ ਹੋ ਕੇ ਦਾ ਭਾਵ ਹੈ ਕਿ ਉਹ ਪਰਮਾਤਮਾ ਗੁਰੂ ਰੂਪ ਪਰਮੇਸ਼ਰ ਸਦਾ ਹੀ ਬਖਸ਼ਿਸ਼ ਰੂਪੀ ਬੱਦਲ ਬਣ ਕੇ ਵਰਦਾ ਹੈ। ਜਿਵੇਂ ਆਪਾਂ ਬਰਸਾਤ ਹੁੰਦੀ ਹੈ ਤੇ ਕਹਿੰਦੇ ਆ ਨਾ ਮੀਂਹ ਪਿਆ ਹੈ, ਅੱਜ ਬੱਦਲ ਵਰੇ ਨੇ, ਇੱਥੇ ਸਾਹਿਬ ਜੀ ਨੇ ਕਿਰਪਾ ਕੀਤੀ। ਕਹਿਣ ਲੱਗੇ ਗੁਰੂ ਪਰਮੇਸ਼ਰ ਵੀ ਜਦੋਂ ਰਹਿਮਤ ਦੇ ਘਰ ਵਿੱਚ ਆਉਂਦਾ ਹੈ ਉਦੋਂ ਬੱਦਲ ਰੂਪ ਬਣ ਕੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਤੇ ਆਪ ਮਿਹਰਾਂ ਦਾ, ਰਹਿਮਤ ਦਾ ਮੀਂਹ ਵਰਸਾਉਂਦੇ ਹਨ। ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਬੇਅੰਤ ਐਸੇ ਸ਼ਬਦ ਨੇ ਜਿਨ੍ਹਾਂ ਵਿੱਚ ਮੇਰੇ ਸਾਹਿਬ ਕਹਿੰਦੇ ਜਦੋਂ ਕੋਈ ਜੀਵ ਪਪੀਹਾ ਬਣ ਕੇ, ਬਬੀਹਾ ਬਣ ਕੇ ਪੁਕਾਰ ਕਰਦਾ ਹੈ ਤੇ ਉਸ ਵੇਲੇ ਉਹਦੀ ਪਿਆਸ ਨੂੰ ਮਿਟਾਉਣ ਵਾਸਤੇ ਫਿਰ ਬਰਸਾਤ ਹੁੰਦੀ ਹੈ। ਉੱਥੇ ਗੱਲ ਇੱਕ ਪੰਛੀ ਦੀ ਨਹੀਂ ਕੀਤੀ, ਗੱਲ ਉੱਥੇ ਮਨੁੱਖ ਦੀ ਕੀਤੀ ਹੈ, ਜੀਵ ਦੀ ਕੀਤੀ ਹੈ, ਪਰ ਉਦਾਹਰਨ ਜ਼ਰੂਰ ਪੰਛੀ ਦੀ ਲਈ ਹੈ। ਆਪਾਂ ਭਜਨ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਪੜ੍ਹਦੇ ਹਾਂ ਕਿ ਬਬੀਹਾ ਪ੍ਰਿਉ ਪ੍ਰਿਉ ਕਰੇ, ਜਲ ਨਿਧ ਪ੍ਰੇਮ ਪਿਆਰ। ਉਹਨੂੰ ਜਲ ਨਾਲ ਪ੍ਰੇਮ ਹੈ, ਉਹਨੂੰ ਜਲ ਦੇ ਨਾਲ ਇਸ ਕਰਕੇ ਉਹਨੂੰ ਪ੍ਰੇਮ ਹੈ ਤੇ ਜਲ ਨੂੰ ਪੁਕਾਰਦਾ, ਕਿਉਂਕਿ ਉਹ ਜਿੰਨੀ ਦੇਰ ਉਹਨੂੰ ਸਵਾਂਤੀ ਬੂੰਦ ਨਹੀਂ ਮਿਲਦੀ ਉਨੀ ਦੇਰ ਉਹਦੀ ਪਿਆਸ ਨਹੀਂ ਮਿਟਦੀ। ਇਸੇ ਤਰ੍ਹਾਂ ਜਿਹੜਾ ਸਿੱਖ ਹੈ ਉਹ ਵੀ ਆਪਣੇ ਗੁਰੂ ਦੇ ਅੱਗੇ ਪੁਕਾਰਦਾ ਹੈ, ਤਰਲਾ ਲੈਂਦਾ ਹੈ ਕਿ ਸਤਿਗੁਰੂ ਰਹਿਮਤ ਦੇ ਘਰ ਵਿੱਚ, ਮਿਹਰ ਦੇ ਘਰ ਵਿੱਚ ਆ ਕੇ ਆਪਣੇ ਨਾਮ ਦੀ, ਆਪਣੀ ਰਹਿਮਤ ਦੀ, ਆਪਣੀ ਕਿਰਪਾ ਦੀ ਬਰਸਾਤ ਸਿੱਖ ਦੇ ਉੱਤੇ ਕਰਨ। ਤੇ ਸਾਹਿਬ ਜੀ ਕਹਿੰਦੇ ਨੇ ਮੇਘੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਤਹਾਰ। ਫਿਰ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਆਪ ਹੀ ਜਦੋਂ ਰਹਿਮਤ ਕਰਦਾ ਹੈ ਨਾ ਉਦੋਂ ਫਿਰ ਇਹ ਬੱਦਲ ਰੂਪ ਬਣ ਕੇ ਜਦੋਂ ਬਰਸਾਤ ਹੁੰਦੀ ਹੈ, ਉਹ ਬੱਦਲ ਰੂਪ ਤੇ ਬਰਸਾਤ ਵੀ ਪਰਮਾਤਮਾ ਆਪ ਹੀ ਕਰਕੇ ਭੇਜਦਾ ਹੈ। ਬੜਾ ਪਿਆਰਾ ਬਚਨ ਹੈ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦਾ। ਸਾਹਿਬ ਜੀ ਕਹਿੰਦੇ ਨੇ ਕਿਆ ਉੱਠ ਉੱਠ ਦੇਖੋ ਬੱਪੜੇ, ਕੀ ਉੱਠ ਉੱਠ ਕੇ ਵੇਂਦੇ ਜੇ ਬੱਦਲਾਂ ਵਾਲੇ ਬੰਨੇ ਨੂੰ। ਮੇਰੇ ਸਾਹਿਬ ਜੀ ਕਹਿੰਦੇ ਇਸ ਮੇਘ ਹੱਥ ਕਿਛ ਨਾਹੀਂ, ਇਸ ਬੱਦਲਾਂ ਦੇ ਵੱਸ ਵਿੱਚ ਕੁਝ ਨਹੀਂ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਤੁਸੀਂ ਬੱਦਲਾਂ ਵੱਲੇ ਕੀ ਵੇਖਦੇ ਹੋ ਕਿ ਬਰਸਾਤ ਆਏਗੀ, ਉੱਪਰ ਨਾ ਵੇਖੋ, ਸਗੋਂ ਜਿੰਨੇ ਬਰਸਾਤ ਕਰਨੀ ਹੈ ਮੇਰੇ ਸਾਹਿਬ ਜੀ ਕਹਿੰਦੇ ਉਹਦੇ ਵੱਲੇ ਧਿਆਨ ਕਰੋ। ਕਿਆ ਉੱਠ ਉੱਠ ਦੇਖੋ ਬੱਪੜੇ, ਇਸ ਮੇਘ ਹੱਥ ਕਿਛ ਨਾਹੇ, ਜਿਨ ਇਹ ਮੇਘ ਪਠਾਇਆ ਤਿਸ ਰਾਖੋ ਮਨ ਮਾਹੇ। ਕਹਿੰਦੇ ਜਿਸ ਨੇ ਇਹ ਬੱਦਲ ਬਣਾਏ ਨੇ ਉਸ ਪਰਮਾਤਮਾ ਵਾਹਿਗੁਰੂ ਨੂੰ ਯਾਦ ਕਰੋ ਜਿਨੇ ਬਰਸਾਤ ਕਰਨੀ ਹੈ। ਤੋਂ ਭਾਵ ਇੱਥੇ ਇਹ ਹੈ ਕਿ ਜਦੋਂ ਅਸੀਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਹਾਂ ਤਾਂ ਸਾਹਿਬ ਕਿਰਪਾ ਕਰਦੇ ਨੇ, ਜਦੋਂ ਗੁਰੂ ਚਰਨਾਂ ਵਿੱਚ ਆਈਏ ਉਦੋਂ ਪ੍ਰਭੂ ਪਰਮਾਤਮਾ ਕੀ ਕਰਦਾ ਹੈ, ਊਨ ਵਿਆਇਆ ਵਰਸੈ ਲਾਏ ਝੜੀ। ਫਿਰ ਪ੍ਰਭੂ ਪਰਮਾਤਮਾ ਆਪਣੀ ਰਹਿਮਤ ਦੀ ਝੜੀ ਵਰਸਾਉਂਦਾ ਹੈ। ਅਸੀਂ ਕੱਲ੍ਹ ਹੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਹਟੇ ਹਾਂ ਤੇ ਜਦੋਂ ਮੇਰੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਹੋਇਆ ਹੈ ਪਟਨਾ ਸਾਹਿਬ ਦੀ ਧਰਤੀ ਤੇ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੂ, ਇਹ ਸੰਸਾਰ ਦੇ ਲੋਕੋ ਮੈਂ ਆਪਣੀ ਕਥਾ ਦੱਸਣ ਵਾਸਤੇ ਆਪਣੀ ਰਸਨਾ ਤੋਂ, ਆਪਣੀ ਜ਼ੁਬਾਨ ਤੋਂ ਆਪ ਕਹਿਣ ਲੱਗਿਆ ਹਾਂ ਕਿ ਮੇਰੇ ਜੀਵਨ ਦੀ ਕਿਹੜੀ ਕਥਾ ਹੈ। ਕਹਿਣ ਲੱਗੇ ਚਿਤ ਨਾ ਭਇਓ ਹਮਰੋ ਆਵਣ ਕੈ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਮੇਰੀ ਸੁਰਤ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਜੁੜੀ ਹੋਈ ਸੀ, ਪਰ ਜਦੋਂ ਮੈਨੂੰ ਪ੍ਰਭੂ ਪਰਮਾਤਮਾ ਪਰਮੇਸ਼ਰ ਨੇ ਇਹ ਕਹਿ ਕੇ ਭੇਜਿਆ ਕਿ ਮੈਂ ਆਪਣਾ ਸੁਤ ਤੋਹੈ ਨਿਵਾਜਾ, ਪੰਥ ਪਰਚਰ ਕਰਬੇ ਕੋ ਸਾਜਾ, ਤੇ ਉਸ ਵੇਲੇ ਜਦੋਂ ਮੈਨੂੰ ਪਰਮਾਤਮਾ ਨੇ ਕਿਹਾ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਸੰਸਾਰ ਤੇ ਭੇਜ ਰਿਹਾ ਹਾਂ, ਤੇ ਕਹਿਣ ਲੱਗੇ ਮੈਂ ਅਕਾਲ ਪੁਰਖ ਦੇ ਚਰਨਾਂ ਵਿੱਚ ਹੱਥ ਜੋੜ ਕੇ ਫਿਰ ਇੱਕ ਬੇਨਤੀ ਕੀਤੀ, ਠਾੜ ਭਇਓ ਮੈਂ ਜੋਰ ਕਰ। ਠਾੜ ਦਾ ਅਰਥ ਹੁੰਦਾ ਹੈ ਖੜੇ ਹੋ ਕੇ ਬੇਨਤੀ ਕਰਨੀ। ਮੈਂ ਬੇਨਤੀ ਕੀਤੀ ਅਕਾਲ ਪੁਰਖ ਦੇ ਚਰਨਾਂ ਵਿੱਚ ਕਿ ਠਾੜ ਭਇਓ ਮੈਂ ਜੋਰ ਕਰ, ਬਚਨ ਕਹਾ ਸਰਨਿਆਏ ਪੰਥ ਚੱਲੈ, ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਜਿੰਨੀ ਦੇਰ ਵਾਹਿਗੁਰੂ ਪਰਮਾਤਮਾ ਜੀ ਤੁਸੀਂ ਸਹਾਇਤਾ ਨਹੀਂ ਕਰੋਗੇ, ਇਹ ਜਿੱਡਾ ਵੱਡਾ ਕਾਰਜ ਤੁਸੀਂ ਮੈਨੂੰ ਸੌਂਪਿਆ ਤੁਹਾਡੀ ਰਹਿਮਤ ਤੋਂ ਬਿਨਾਂ ਪੂਰਾ ਨਹੀਂ ਹੋ ਸਕਦਾ। ਬੇਨਤੀ ਇਹ ਕਰ ਲੱਗੇ ਹਾਂ ਗੁਰੂ ਕਿਵੇਂ ਬੱਦਲ ਰੂਪ ਬਣ ਕੇ ਵਰ ਕੇ ਤੇ ਕਿਸ ਤਰ੍ਹਾਂ ਇਹਨਾਂ ਸੁੱਕਿਆ ਹੋਇਆਂ ਹਿਰਦਿਆਂ ਨੂੰ ਮੇਰਾ ਮਾਲਕ ਹਰਿਆ ਭਰਿਆ ਕਰਦਾ ਹੈ। ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਤੇ ਮੈਂ ਉਹਨਾਂ ਦੇ ਜੀਵਨ ਵਿੱਚੋਂ ਇੱਕ ਦੋ ਝਾਕੀਆਂ ਤੁਹਾਡੇ ਸਨਮੁਖ ਰੱਖਣੀਆਂ। ਸਾਹਿਬ ਪਟਨਾ ਸਾਹਿਬ ਦੀ ਧਰਤੀ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਉਹਨਾਂ ਦਾ ਆਗਮਨ ਹੋਇਆ ਹੈ। ਤੇ ਪਟਨਾ ਸਾਹਿਬ ਦੀ ਧਰਤੀ ਨੂੰ ਮੇਰੇ ਸਤਿਗੁਰਾਂ ਨੇ 6 ਸਾਲ ਦੀ ਉਮਰ ਤੱਕ
ਬੜੀਆਂ ਉੱਥੇ ਮਾਲਕ ਨੇ ਰਹਿਮਤਾਂ ਵਰਤਾਈਆਂ। ਇੱਥੇ ਹੀ ਪਟਨੇ ਦੀ ਧਰਤੀ ਤੇ ਇੱਕ ਬ੍ਰਾਹਮਣ ਸ਼ਿਵਦੱਤ ਪੰਡਤ, ਜਿਹੜਾ ਬਜ਼ੁਰਗ ਹੋ ਚੁੱਕਿਆ ਹੈ, ਪਰ ਅੰਦਰਲਾ ਹਿਰਦਾ ਅਜੇ ਉਹਦਾ ਜਿਹੜਾ ਪਪੀਹਾ ਬਣ ਕੇ ਪੁਕਾਰ ਕਰਦਾ ਸੀ ਨਾ ਕਿ ਕਿਤੇ ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣਾ ਮਿਹਰ ਰੂਪੀ ਬੱਦਲ ਬਣ ਕੇ ਤੁਸੀਂ ਵਰੋ ਤੇ ਮੇਰੇ ਇਸ ਸੁੱਕੇ ਹੋਏ ਹਿਰਦੇ ਨੂੰ ਹਰਿਆ ਭਰਿਆ ਕਰ ਦੋ। ਅੱਜ ਉਹ ਬੱਦਲ ਬਣ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਟਨਾ ਸਾਹਿਬ ਦੀ ਧਰਤੀ ਤੇ ਆਏ ਨੇ। ਉਹ ਪੰਡਤ ਸ਼ਿਵਦੱਤ ਬੈਠਾ ਹੋਇਆ ਹੈ ਗੰਗਾ ਦੇ ਕੰਢੇ ਤੇ। ਇਉਂ ਕਹਿ ਲਓ ਕਿ ਗੰਗਾ ਦਾ ਕੰਢਾ ਵੀ ਉਹਦਾ ਕੁਝ ਨਾ ਸਵਾਰ ਸਕਿਆ। ਉਹ ਜਿਹਨੂੰ ਯਾਦ ਕਰਦਾ ਹੈ, ਦਿਨ ਰਾਤ ਉਹਦੀ ਟਿਕ ਟਿਕੀਤਾ ਲੱਗੀ ਹੋਈ ਹੈ। ਉਹ ਯਾਦ ਕਰਦਾ ਹੈ, ਰਾਮ ਨੂੰ ਯਾਦ ਕਰਦਾ, ਕ੍ਰਿਸ਼ਨ ਨੂੰ ਯਾਦ ਕਰਦਾ, ਹੋਰ ਅਨੇਕਾਂ ਦੇਵੀ ਦੇਵਤਿਆਂ ਨੂੰ, ਪਰ ਉਹਦੀ ਯਾਦ ਇਉਂ ਕਹਿ ਲਓ ਉਹਦੇ ਅੰਦਰ ਨੂੰ ਕੋਈ ਤਸੱਲੀ ਨਹੀਂ ਸੀ ਦੇ ਰਹੀ। ਅੱਜ ਪੰਡਤ ਸ਼ਿਵਦੱਤ ਇੰਨਾ ਕੁ ਜੁੜਿਆ ਹੋਇਆ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੋਬਿੰਦ ਰਾਏ ਜੀ, ਉਹ ਅੱਜ ਹਾਣੀਆਂ ਦੇ ਨਾਲ ਖੇਡਦੇ ਖੇਡਦੇ ਪੰਡਤ ਸ਼ਿਵਦੱਤ ਕੋਲੇ ਚਲੇ ਗਏ। ਕਿਵੇਂ ਗੁਰੂ ਬਦਲ ਰੂਪ ਬਣ ਕੇ ਬਰਸਾਤ ਜਦੋਂ ਕਰਦਾ ਰਹਿਮਤ ਦੀ, ਕਿੱਦਾਂ ਫਿਰ ਇਹ ਹਰੇ ਭਰੇ ਹਿਰਦੇ ਹੋ ਜਾਂਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਪੰਡਤ ਸ਼ਿਵਦੱਤ ਕੋਲੇ ਗਏ। ਉਹ ਬਜ਼ੁਰਗ ਸੀ, ਸ਼ਿਵਦੱਤ ਹੋ ਚੁੱਕਿਆ, ਤੇ ਮੇਰੇ ਸਾਹਿਬ ਪਿਛਲੇ ਬੰਨਿਓਂ ਦੀ ਜਾ ਕੇ ਉਸ ਪੰਡਤ ਦੇ ਮੌਰਾਂ ਵਾਲੇ ਬੰਨੇ ਜਾ ਕੇ ਕੁੱਟ ਕੇ ਗਲ ਵਕੜੀ ਵਿੱਚ ਆਪਣੀਆਂ ਬਾਹਾਂ ਜਿਹੜੀਆਂ ਸੀ ਅੱਗੋਂ ਧੌਣ ਨੂੰ ਇਉਂ ਜੱਫਾ ਪਾ ਕੇ ਤੇ ਕੰਨ ਵਿੱਚ ਜਿਹੜਾ ਸ਼ਬਦ ਕਿਹਾ ਸੀ, ਕਹਿਣ ਲੱਗੇ ਬਾਬਾ ਝਾਤ। ਇੱਕ ਕੰਨ ਵਿੱਚ ਕਿਹਾ, ਫਿਰ ਦੂਜੇ ਕੰਨ ਵਿੱਚ ਕਿਹਾ ਬਾਬਾ ਝਾਤ। ਇੰਨੀ ਗੱਲ ਕਹਿਣ ਦੀ ਦੇਰ ਸੀ ਤੇ ਪੰਡਤ ਸ਼ਿਵਦੱਤ ਨੂੰ ਇਉਂ ਲੱਗਿਆ ਕਿ ਜਿਹਨੂੰ ਮੈਂ ਬੈਠਾ ਹੋਇਆ ਕਿੰਨੀ ਉਮਰ ਹੋ ਗਈ ਹੈ ਯਾਦ ਕਰਦਾ ਸੀ, ਜਿਵੇਂ ਸਾਖਸ਼ਾਤ ਮੇਰੇ ਸਾਹਮਣੇ ਹੀ ਉਹ ਆ ਗਿਆ ਹੋਵੇ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਿਛਲੇ ਬੰਨਿਆਂ ਤੋਂ ਮੌਰਿਆਂ ਵਾਲੇ ਬੰਨਿਓਂ ਘੁਮਾ ਕੇ ਆਪਣੇ ਸਾਹਮਣੇ ਲਿਆਂਦਾ, ਇਤਿਹਾਸਕਾਰ ਕਹਿੰਦੇ ਨੇ ਜਿਹਨੂੰ ਉਹ ਯਾਦ ਕਰਦਾ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿੱਚੋਂ ਹੀ ਉਹਨੂੰ ਉਹਨਾਂ ਦਾ ਰਹਿਬਰ ਮਿਲ ਪਿਆ, ਉਹਦੇ ਵਿੱਚੋਂ ਹੀ ਦੀਦਾਰ ਹੋ ਗਏ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਉਂ ਕਹਿ ਲਓ ਕਿ ਗੁਰੂ ਦੀ ਸਰੀਰ ਨਾਲ ਜਾਂ ਉਮਰ ਨਾਲ ਨਹੀਂ ਗੱਲ ਹੁੰਦੀ। ਹੁਣ ਪੰਡਤ ਸ਼ਿਵਦੱਤ 80 ਸਾਲ ਦਾ ਹੋ ਚੁੱਕਿਆ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ 4-5 ਸਾਲ ਦੇ ਨੇ। ਤੇ ਗੁਰਮੁਖੋ ਪੰਡਤ ਸ਼ਿਵਦੱਤ ਨੇ ਧੰਨ ਗੁਰੂ ਗੋਬਿੰਦ ਰਾਏ ਜੀ ਦੇ ਚਰਨ ਪਕੜ ਲਏ। ਇਉਂ ਕਹਿਣ ਲੱਗ ਪਏ, ਜਿਹਨੂੰ ਯਾਦ ਕਰਦਾ ਸੀ ਸਾਖਸ਼ਾਤ ਮੈਨੂੰ ਮਿਲ ਗਿਆ। ਇਹਦਾ ਮਤਲਬ ਗੁਰੂ ਹੁਣ ਬਦਲ ਰੂਪ ਬਣ ਕੇ ਪਟਨੇ ਦੀ ਧਰਤੀ ਤੇ ਆਇਆ ਤੇ ਸੁੱਕਿਆ ਹੋਇਆ ਹਿਰਦਿਆਂ ਨੂੰ ਹਰਿਆ ਭਰਿਆ ਕਰਨ ਲੱਗਿਆ। ਹੁਣ ਪੰਡਤ ਸ਼ਿਵਦੱਤ ਨੇ ਕਿਹਾ, ਕਹਿਣ ਲੱਗੇ ਫਿਰ ਅੱਜ ਤੋਂ ਬਾਅਦ ਇੱਕ ਕੰਮ ਕਰਿਓ ਜੇ, ਅੱਜ ਆ ਕੇ ਮੈਨੂੰ ਜਿਹੜੇ ਦੀਦਾਰ ਜਿਸ ਰੂਪ ਵਿੱਚ ਦਿੱਤੇ ਨੇ, ਹੁਣ ਜਿੰਨਾ ਦੇਰ ਪਟਨੇ ਦੀ ਧਰਤੀ ਤੇ ਤੁਸੀਂ ਰਹੋ, ਚਾਹੇ ਜਿੰਨਾ ਚਿਰ ਮੇਰੇ ਵਿੱਚ ਪ੍ਰਾਣ ਰਹਿਣਗੇ, ਹੁਣ ਅੱਜ ਤੋਂ ਬਾਅਦ ਮੈਨੂੰ ਰੋਜ਼ਾਨਾ ਜ਼ਰੂਰ ਦਰਸ਼ਨ ਦੇ ਕੇ ਜਾਣੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿੰਨੀ ਦੇਰ ਪਟਨਾ ਸਾਹਿਬ ਦੀ ਧਰਤੀ ਤੇ ਰਹੇ, ਦੀਦਾਰ ਦਿੰਦੇ ਰਹੇ। ਕਰੀਮ ਬਖਸ਼ ਰਹੀਮ ਬਖਸ਼ ਦੇ ਉੱਤੇ ਰਹਿਮਤਾਂ ਕੀਤੀਆਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਸ ਪੰਡਤ ਸ਼ਿਵਦੱਤ ਦੇ ਉੱਤੇ ਰਹਿਮਤ ਕੀਤੀ, ਪੰਡਤ ਸ਼ਿਵਦੱਤ ਨੇ ਫਿਰ ਇਉਂ ਕਹਿ ਲਓ ਕਿ ਜਦੋਂ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਜਦੋਂ ਜਿਸ ਨੂੰ ਯਾਦ ਕਰਦਾ ਸੀ ਮਿਲ ਗਿਆ ਤੇ ਚੁੱਪ ਕਰਕੇ ਨਾ ਰਿਹਾ। ਪਟਨੇ ਦੀ ਧਰਤੀ ਤੇ ਰਹਿਣ ਵਾਲੇ ਪਟਨੇ ਵਾਸੀਆਂ ਨੂੰ ਕਹਿ ਦਿੱਤਾ, ਭੁਲੇਖਾ ਨਾ ਖਾ ਜਿਓ ਜੇ ਇਸ ਪਟਨੇ ਦੀ ਧਰਤੀ ਤੇ ਉਹ ਭਗਵਾਨ ਅੱਲਾ, ਖੁਦਾ, ਰਾਮ, ਕ੍ਰਿਸ਼ਨ, ਜੋ ਵੀ ਕਹਿ ਲਓ ਕਿ ਪੰਡਤ ਸ਼ਿਵਦੱਤ ਕਹਿੰਦਾ ਸੀ, ਅੱਜ ਪਟਨੇ ਦੀ ਧਰਤੀ ਤੇ ਆਪ ਹੀ ਪ੍ਰਭੂ ਪਰਮਾਤਮਾ ਪਰਮੇਸ਼ਰ ਆ ਗਿਆ ਹੈ ਸਾਖਸ਼ਾਤ ਆਪਣਾ ਰੂਪ ਧਾਰ ਕਰਕੇ। ਇਹ ਜਿਹੜੀ ਰਾਜਾ ਫਤਿਹ ਚੰਦ, ਉਹਨਾਂ ਦੀ ਗੋਤ ਮੈਣੀ, ਇਸ ਕਰਕੇ ਅਸੀਂ ਰਾਜਾ ਫਤਿਹ ਚੰਦ ਮੈਣੀ ਕਹਿ ਦਿੰਦੇ ਹਾਂ। ਕਈ ਵਾਰ ਕਿਸੇ ਨੂੰ ਇਹ ਭੁਲੇਖਾ ਪੈ ਜਾਂਦਾ ਵੀ ਮੈਣੀ ਸ਼ਾਇਦ ਉਹਨਾਂ ਦੀ ਘਰਵਾਲੀ ਦਾ ਨਾਂ, ਨਹੀਂ, ਉਹਨਾਂ ਦੀ ਘਰਵਾਲੀ ਦਾ ਨਾਂ ਨਹੀਂ, ਮੈਣੀ ਉਹਨਾਂ ਦੀ ਗੋਤ ਹੈ, ਤਾਂ ਰਾਜਾ ਫਤਿਹ ਚੰਦ ਮੈਣੀ ਕਿਹਾ ਜਾਂਦਾ। ਉਹਨੂੰ ਲੋਕੀ ਰਾਜਾ ਕਹਿੰਦੇ ਆ। ਬੜਾ ਅਮੀਰ ਹੈ ਤੇ ਉਹਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ। ਤੇ ਕਹਿਣ ਲੱਗੇ, ਉਸਨੇ ਪੰਡਤ ਸ਼ਿਵਦੱਤ ਕੋਲੇ ਜਾ ਕੇ ਕਿਹਾ, ਮੈਨੂੰ ਇਉਂ ਪਤਾ ਲੱਗਿਆ ਜਿਵੇਂ ਤੇਰੀ ਰੱਬ ਦੇ ਨਾਲ ਇੱਕ ਗੱਲ ਹੋਵੇ, ਤੇ ਜੇ ਤੂੰ ਰੱਬ ਨਾਲ ਆਪਣੀ ਇੱਕ ਗੱਲ ਕੀ ਤੇਰੀ ਹੈ ਪੰਡਤ ਸ਼ਿਵਦੱਤ ਜੀ, ਫਿਰ ਕਰੋ ਅਰਦਾਸ ਕੇ ਮਾਲਕ ਕਿਰਪਾ ਕਰਦਾ। ਤੇ ਅੱਜ ਪੰਡਤ ਸ਼ਿਵਦੱਤ ਨੇ ਰਾਣੀ ਮੈਣੀ ਨੂੰ ਕਹਿ ਦਿੱਤਾ। ਕਹਿਣ ਲੱਗੇ, ਹੁਣ ਪਟਨੇ ਦੀ ਧਰਤੀ ਤੇ ਰਹਿਮਤਾਂ ਵਰਤਾਉਣ ਵਾਲੇ ਖੁਦ ਆ ਚੁੱਕੇ ਨੇ। ਪੁੱਛਿਆ ਜੀ ਕੌਣ? ਕਹਿਣ ਲੱਗੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਮਾਤਾ ਗੁਜਰੀ ਦੇ ਲਾਲ ਗੋਬਿੰਦ ਰਾਏ ਜੀ। ਉਹ ਆਮ ਸਧਾਰਨ ਕੋਈ ਬੱਚਾ ਨਹੀਂ, ਉਹ ਪ੍ਰਭੂ ਪਰਮਾਤਮਾ ਪਰਮੇਸ਼ਰ ਦਾ ਸਾਖਸ਼ਾਤ ਰੂਪ ਨੇ। ਜੇ ਕੋਈ ਰਹਿਮਤ ਲੈਣੀ ਹੈ ਤੇ ਉਹਨਾਂ ਕੋਲੋਂ ਮਿਲ ਸਕਦੀ ਹੈ। ਤੇ ਅਗਲੋਂ ਇੱਕ ਬਚਨ ਹੋਰ ਕਿਹਾ। ਪੰਡਤ ਸ਼ਿਵਦੱਤ ਕਹਿਣ ਲੱਗੇ, ਜਾਣ ਦੀ ਲੋੜ ਨਹੀਂ,
ਉਹਨਾਂ ਨੂੰ ਜੇ ਤੂੰ ਭਾਵਨਾ ਨਾਲ ਪੁਕਾਰ ਕਰੇਂਗੀ ਤੇ ਖੁਦ ਤੇਰੇ ਘਰ ਵਿੱਚ ਆ ਜਾਣਗੇ, ਕਿਉਂਕਿ ਇਹ ਕੁਝ ਪੰਡਤ ਸ਼ਿਵਦੱਤ ਨਾਲ ਵਾਪਰ ਚੁੱਕਿਆ ਸੀ। ਅੱਜ ਰਾਣੀ ਰਾਜਾ ਫਤਿਹ ਚੰਦ ਮੈਣੀ ਦੀ ਘਰ ਵਾਲੀ ਇੰਨੇ ਕੁ ਪਿਆਰ ਵਿੱਚ ਜੁੜੀ ਹੋਈ, ਇੰਨੇ ਕੁ ਪ੍ਰੇਮ ਵਿੱਚ ਜੁੜੀ ਹੋਈ ਹੈ ਕਿ ਮੈਨੂੰ ਪੰਡਤ ਸ਼ਿਵਦੱਤ ਜੋ ਕਹਿੰਦਾ ਸੀ, ਉਹ ਕੰਨਾਂ ਵਿੱਚ ਬੋਲ ਗੂੰਜਦੇ ਪਏ ਸਨ ਕਿ ਪੰਡਤ ਸ਼ਿਵਦੱਤ ਕਹਿੰਦਾ ਸੀ ਰਹਿਮਤ ਵਰਤਾਉਣ ਵਾਲਾ ਪਟਨੇ ਦੀ ਧਰਤੀ ਤੇ ਆ ਗਿਆ। ਤੇ ਜੇ ਸੱਚਮੁੱਚ ਪੰਡਤ ਸ਼ਿਵਦੱਤ ਸੱਚ ਕਹਿੰਦਾ ਹੈ ਤੇ ਅੱਜ ਇਸ ਮੇਰੇ ਘਰ ਵਿੱਚ ਵੀ ਆ ਕੇ ਐ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਾਖਸ਼ਾਤ ਰੂਪ ਜੀ ਮੇਰੇ ਘਰ ਵਿੱਚ ਵੀ ਰਹਿਮਤ ਵਰਤਾਓ। ਧੰਨ ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਮਹਾਰਾਜ ਜੀ ਹਾਣੀਆਂ ਨਾਲ ਖੇਡਦੇ ਹੋਏ ਉਸ ਰਾਣੀ ਦੇ ਘਰ ਚਲੇ ਗਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਹਾਣੀਆਂ ਨੂੰ ਆਪਣੇ ਉਸ ਘਰ ਦੇ ਦਰਵਾਜ਼ੇ ਤੋਂ ਬਾਹਰ ਖਿਲਾਰ ਦਿੱਤਾ। ਆਪ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅੰਦਰ ਚਲੇ ਗਏ ਤੇ ਕੀ ਕੀਤਾ, ਰਾਣੀ ਨੇ ਨੇਤਰ ਬੰਦ ਕੀਤੇ ਹੋਏ ਨੇ, ਉਹ ਜੁੜੀ ਹੋਈ ਹੈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਵਿੱਚ। ਉਹਦੀ ਸੁਰਤ ਅਰਦਾਸ ਉਹਦੀ ਕਹਿ ਲਓ ਕਿ ਪਰਮੇਸ਼ਰ ਦੇ ਘਰ ਵਿੱਚ ਪਪੀਹਾ ਪੁਕਾਰ ਕਰਦਾ ਪਿਆ ਸੀ। ਪਪੀਹਾ ਰੂਪ ਵਿੱਚ ਪੁਕਾਰ ਕਰਦੀ ਹੋਈ ਰਾਣੀ ਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋ ਅੱਜ ਸ਼ਬਦ ਚੱਲਦੇ ਹਨ ਕਿ ਊਨਵ ਊਨਵ ਆਇਆ ਅਮਰ ਕਰਿੰਦਾ ਵਨ, ਕਿਵੇਂ ਬੱਦਲ ਬਣ ਕੇ ਵਾਹਿਗੁਰੂ ਪਰਮਾਤਮਾ ਵਰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਜਾ ਕੇ ਗੋਦ ਵਿੱਚ ਬੈਠ ਗਏ। ਜਦੋਂ ਗੋਦ ਵਿੱਚ ਬੈਠੇ ਨੇ, ਰਾਣੀ ਦੇ ਨੇਤਰ ਬੰਦ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੋਦ ਵਿੱਚ ਬੈਠ ਕੇ ਕਹਿਣ ਲੱਗੇ, ਮਾਂ ਮੈਂ ਆ ਗਿਆ ਹਾਂ। ਜਿਹੜੇ ਸ਼ਬਦ ਨੂੰ ਲੰਮੇ ਸਮੇਂ ਤੋਂ ਤਰਸਦੀ ਸੀ, ਅੱਜ ਉਹ ਸ਼ਬਦ ਉਹਦੇ ਕੰਨਾਂ ਵਿੱਚ ਪਿਆ। ਜਦੋਂ ਨੇਤਰ ਖੋਲ ਕੇ ਵੇਖਿਆ ਤੇ ਕੀ ਦੇਖਿਆ, ਗੋਬਿੰਦ ਰਾਏ ਗੋਦ ਵਿੱਚ ਬੈਠੇ ਹੋਏ ਨੇ। ਕੁੱਟ ਕੇ ਗਲ ਵਕੜੀ ਵਿੱਚ ਜਿਹੜਾ ਲਿਆ ਹੈ। ਤੇ ਗੁਰਮਖੋ ਇੱਥੇ ਭਾਈ ਵੀਰ ਸਿੰਘ ਜੀ ਹੋਣੀ ਜਾਂ ਹੋਰ ਪ੍ਰਿੰਸੀਪਲ ਸਤਬੀਰ ਸਿੰਘ ਵਰਗੇ, ਪ੍ਰੋਫੈਸਰ ਸਾਹਿਬ ਸਿੰਘ ਜੀ ਵਰਗੇ ਵਿਦਵਾਨਾਂ ਨੇ ਇਹ ਲਿਖਿਆ। ਉਹ ਕਹਿੰਦੇ ਨੇ ਜਿਸ ਵੇਲੇ ਰਾਣੀ ਮੈਣੀ ਦੀ ਗੋਦ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬੈਠੇ ਤੇ ਸ਼ਬਦ ਜਿਹੜਾ ਮਾਂ ਉਹਨਾਂ ਨੇ ਵਰਤਿਆ ਸੀ, ਇੰਨਾ ਕੁ ਪਿਆਰ ਵਿੱਚ ਰਾਣੀ ਆ ਗਈ ਕਿ ਇਹ ਚੇਤਾ ਹੀ ਭੁੱਲ ਗਿਆ ਕਿ ਇਹ ਤਾਂ ਸਾਖਸ਼ਾਤ ਵਾਹਿਗੁਰੂ ਪਰਮਾਤਮਾ ਦਾ ਰੂਪ ਨੇ। ਉਹਨਾਂ ਨੂੰ ਇੱਕ ਪੁੱਤਰ ਰੂਪ ਜਾਣ ਕੇ ਹੀ ਬੜਾ ਪਿਆਰ ਕੀਤਾ, ਬੜਾ ਲਾਡ ਕੀਤਾ, ਉਹਨਾਂ ਦੇ ਮੱਥੇ ਨੂੰ ਚੁੰਮਿਆ ਹੈ ਤੇ ਕਹਿਣ ਲੱਗੇ ਇੰਨਾ ਕੁ ਪਿਆਰ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਪਿਆਰ ਹੀ ਕਰੀ ਜਾਓਗੇ ਕਿ ਕੁਝ ਖਵਾਓ ਪਿਆਓਗੇ ਵੀ ਕੁਝ। ਤੇ ਰਾਣੀ ਕਹਿਣ ਲੱਗੀ ਮੈਂ ਆਪਣੇ ਪੁੱਤਰ ਵਾਸਤੇ ਕੁਝ ਬਣਾ ਕੇ ਲਿਆਉਣੀ ਹੈ। ਕਹਿਣ ਲੱਗੇ ਬਣਾ ਕੇ ਲਿਆਉਣ ਦੀ ਲੋੜ ਨਹੀਂ, ਜਿਹੜੇ ਛੋਲੇ ਉਹ ਬਣੇ ਪਏ ਨੇ, ਪੂੜੀਆਂ ਬਣੀਆਂ ਪਈਆਂ ਨੇ, ਮੈਂ ਉਹੀ ਖਾਣੀਆਂ ਨੇ, ਪਹਿਲਾਂ ਹੀ ਬਣੀਆਂ ਪਈਆਂ ਸਾਂ ਘਰ ਵਿੱਚ। ਉਹ ਜਦੋਂ ਛਕੀਆਂ ਤੇ ਗੁਰਮੁਖੋ ਹੋਰ ਵੀ ਪਿਆਰ ਬਣ ਗਿਆ। ਅਗਲਾ ਸ਼ਬਦ ਕਿਹਾ, ਕਹਿਣ ਲੱਗੇ ਇਹ ਕਿਵੇਂ ਹੋ ਸਕਦਾ ਹੈ ਕਿ ਤੁਹਾਡੇ ਤੇ ਮਾਤਾ ਗੁਜਰੀ ਜੀ ਹਨ ਤੇ ਦੋ ਮਾਵਾਂ ਕਿਵੇਂ? ਉੱਥੇ ਫਿਰ ਜਿਹੜੇ ਵਿਦਵਾਨਾਂ ਨੇ ਸ਼ਬਦ ਕਹੇ, ਸਤਿਗੁਰਾਂ ਕਿਹਾ ਅੱਖਾਂ ਦੋ ਨੇ ਪਰ ਨਿਗਾਹ ਤੇ ਇੱਕ ਹੀ ਹੈ ਨਾ। ਅੱਖਾਂ ਭਾਵੇਂ ਦੋ ਨੇ ਪਰ ਆਪਾਂ ਦੋਵਾਂ ਅੱਖਾਂ ਨਾਲ ਵੱਖਰਾ ਵੱਖਰਾ ਤੇ ਨਹੀਂ ਦਿਸਦਾ ਤੇ ਸਾਨੂੰ ਇੱਕ ਹੀ ਹੈ। ਕਹਿਣ ਲੱਗੇ ਦੋ ਸਾਗਰਾਂ ਵਿੱਚ, ਦੋ ਸਮੁੰਦਰਾਂ ਵਿੱਚ ਚੰਦਰਮਾ ਦੀਆਂ ਕਿਰਨਾਂ ਪੈਂਦੀਆਂ। ਹੁਣ ਚੰਦਰਮਾ ਦੀ ਜਿਹੜੀ ਉਹਦੇ ਵਿੱਚ ਪ੍ਰਤੀਬਿੰਬ ਪੈਂਦਾ ਹੋਵੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਚੰਦਰਮਾ ਦੋ ਨੇ, ਚੰਦਰਮਾ ਤੇ ਇੱਕ ਹੀ ਹੈ। ਤੇ ਜਿਹੜੇ ਪਾਣੀ ਦੇ ਸਮੁੰਦਰ ਦੇ ਦੋ ਰੂਪ ਹੋਣ, ਉਹਨਾਂ ਵਿੱਚ ਚੰਦਰਮਾ ਦੀ ਰੋਸ਼ਨੀ ਦੋਨਾਂ ਵਿੱਚ ਹੀ ਪੈਂਦੀ, ਪਰ ਚੰਦਰਮਾ ਤੇ ਇੱਕ ਹੀ ਹੁੰਦਾ ਹੈ। ਇੱਦਾਂ ਦਾ ਪ੍ਰਮਾਣ ਦੇ ਕੇ ਮੇਰੇ ਸਾਹਿਬ ਨੇ ਕਿਹਾ ਠੀਕ ਹੈ, ਜਨਮ ਉਹਨਾਂ ਦਿੱਤਾ ਹੈ ਪਰ ਤੁਹਾਨੂੰ ਵੀ ਉਸੇ ਤਰ੍ਹਾਂ ਦਾ ਹੀ ਪਿਆਰ ਲਵਾਂਗਾ ਤੇ ਦੇਵਾਂਗਾ। ਐਸਾ ਹੀ ਹੋਇਆ। ਸੋ ਕਹਿਣ ਤੋਂ ਭਾਵ ਹੈ ਕਿ ਮੇਰੇ ਸਾਹਿਬ ਜੀ ਨੇ ਅਨੇਕਾਂ ਉੱਥੇ ਰਹਿਮਤਾਂ ਵਰਤਾਈਆਂ ਪਟਨਾ ਸਾਹਿਬ ਦੀ ਧਰਤੀ ਤੇ। ਜਦੋਂ ਮੇਰੇ ਸਤਿਗੁਰੂ ਚੱਲੇ ਆਨੰਦਪੁਰ ਸਾਹਿਬ ਨੂੰ ਤੇ ਇੱਕ ਪਿੰਡ ਆਉਂਦਾ ਹੈ ਦਾਨਪੁਰ ਵੀ ਲਿਖਿਆ ਉਹਨੂੰ। ਸਤਿਗੁਰੂ ਉੱਥੇ ਆਏ ਤੇ ਇੱਕ ਬਿਰਧ ਮਾਈ ਉਹ ਖਿਚੜੀ ਬਣਾ ਕੇ ਬੈਠੀ ਸੀ। ਉਹਨੂੰ ਪਤਾ ਲੱਗਿਆ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਰਿਵਾਰ ਤੇ ਉਹਨਾਂ ਦਾ ਹੋਣਹਾਰ ਸਾਹਿਬਜ਼ਾਦਾ ਆਨੰਦਪੁਰ ਸਾਹਿਬ ਨੂੰ ਜਾ ਰਹੇ, ਕਿਉਂਕਿ ਸੰਗਤਾਂ ਨੂੰ ਜਿਵੇਂ ਜਿਵੇਂ ਅੱਗੇ ਸੁਚੇਤ ਕੀਤਾ ਜਾਂਦਾ ਸੀ। ਤੇ ਕਹਿਣ ਲੱਗੀ ਮੈਂ ਸੁਣਿਆ ਪਟਨੇ ਦੀ ਧਰਤੀ ਤੇ ਬੜੀਆਂ ਰਹਿਮਤਾਂ ਵਰਤਾਈਆਂ, ਇਸ ਬਿਰਧ ਮਾਂ ਦੇ ਘਰੇ ਵੀ ਆਉਣਗੇ ਸਤਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਸਾਰੇ ਪਰਿਵਾਰ ਤੇ ਜਥੇ ਸਮੇਤ ਜਿੰਨਾ ਸਿੰਘ ਸਨ ਸਾਰਿਆਂ ਦੇ ਸਮੇਤ ਉਸ ਮਾਤਾ ਦੇ ਘਰ ਵਿੱਚ ਪਹੁੰਚੇ ਤੇ ਮਾਤਾ ਨੇ ਖਿਚੜੀ ਬਣਾ ਕੇ ਰੱਖੀ ਸੀ। ਤੇ ਸਾਹਿਬ ਜੀ ਕਹਿਣ ਲੱਗੇ ਮੇਰਾ ਜੀ ਕਰਦਾ ਹੈ ਜਿਹੜੀ ਤੁਸੀਂ ਖਿਚੜੀ ਬਣਾਈ ਹੈ ਮੈਂ ਉਹ ਛਕਣੀ ਚਾਹੁੰਦਾ। ਉੱਥੇ ਕਹਿੰਦੇ ਆ ਹਾਂਡੀ ਦੀ ਸੰਗਤ, ਭਾਵ ਕਿ ਜਿਸ ਹਾਂਡੀ ਵਿੱਚ ਉਹ ਖਿਚੜੀ ਬਣਾ ਕੇ ਸਤਿਗੁਰੂ ਮਹਾਰਾਜ ਨੂੰ ਛਕਾਈ ਗਈ ਉੱਥੇ ਹਾਂਡੀ ਦੀ ਸੰਗਤ ਕਿਹਾ ਜਾਂਦਾ। ਇਸ ਤਰ੍ਹਾਂ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜੀਆਂ ਰਹਿਮਤਾਂ ਵਰਤਾਈਆਂ। ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਅੱਜ ਦੇ ਸ਼ਬਦ ਵਿੱਚ। ਸਾਹਿਬ ਜੀ ਕਹਿੰਦੇ ਨੇ ਗੁਰੂ ਬੜਾ ਨੀਵਾਂ ਹੋ ਕੇ ਆਪਣੇ ਸਿੱਖ ਸੇਵਕਾਂ ਦੇ ਉੱਤੇ
ਬੱਦਲ ਰੂਪ ਬਣ ਕੇ ਆਉਂਦਾ ਹੈ ਤੇ ਮੇਰੇ ਸਾਹਿਬ ਕਹਿੰਦੇ ਰਹਿਮਤਾਂ ਦਾ ਮੀਂਹ ਵਰਤਾਉਂਦਾ ਹੈ। ਅਵਰ ਕਰਿੰਦਾ ਵਨ, ਅਵਰ ਕਰਿੰਦਾ ਵਨ ਦਾ ਅਰਥ ਹੈ ਗੁਰੂ ਕਈ ਤਰੀਕਿਆਂ ਦੇ ਨਾਲ ਰਹਿਮਤ ਵਰਤਾਉਂਦਾ, ਕਈ ਢੰਗ ਨਾਲ, ਕਈ ਤਰੀਕਿਆਂ ਨਾਲ। ਗੁਰੂ ਦੇ ਢੰਗਾਂ ਨੂੰ, ਗੁਰੂ ਦੇ ਤਰੀਕਾਂ ਨੂੰ, ਕਹਿ ਲਓ ਗੁਰੂ ਦੀਆਂ ਵਿਧੀਆਂ ਨੂੰ ਅਸੀਂ ਨਹੀਂ ਜਾਣ ਸਕਦੇ। ਗੁਰੂ ਕਿਹੜੇ ਕਿਹੜੇ ਰੂਪ ਦੇ ਵਿੱਚ ਕਿਹੜੀ ਕਿਹੜੀ ਰਹਿਮਤ ਵਰਤਾ ਦਿੰਦਾ, ਇਹ ਗੁਰੂ ਹੀ ਜਾਣਦਾ। ਇਸੇ ਕਰਕੇ ਬਾਣੀ ਵਿੱਚ ਕਿਹਾ ਗਿਆ ਹੈ ਕਿ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਨੇ ਕੀ ਕੀਤਾ ਹੈ ਇਹ ਨਹੀਂ ਵੇਖਣ ਦੀ ਲੋੜ ਵੀ ਆਹ ਗੁਰੂ ਕਰ ਸਕਦਾ ਕਿ ਨਹੀਂ ਕਰ ਸਕਦਾ। ਮੇਰੇ ਸਾਹਿਬ ਕਹਿੰਦੇ ਗੁਰੂ ਸਰਬ ਕਲਾ ਸਮਰੱਥ ਹੈ। ਉਹ ਕਈ ਰੂਪ ਦੇ ਵਿੱਚ, ਕਈ ਢੰਗਾਂ ਦੇ ਵਿੱਚ, ਕਈ ਤਰੀਕਿਆਂ ਦੇ ਨਾਲ ਆਪਣੇ ਸਿੱਖ ਸੇਵਕਾਂ ਉੱਤੇ ਰਹਿਮਤ ਵਰਤਾਉਂਦਾ ਹੈ। ਤੇ ਸਾਹਿਬ ਕਿਰਪਾ ਕਰਦੇ ਕਿਆ ਜਾਣਾ ਤਿਸ ਸਾਸਿਓ, ਮੈਂ ਕਿਵੇਂ ਉਸ ਪ੍ਰਭੂ ਪਰਮਾਤਮਾ ਗੁਰੂ ਪਰਮੇਸ਼ਰ ਦੇ ਨਾਲ ਜੁੜਾਂ, ਕੋਈ ਢੰਗ ਤਰੀਕਾ ਕਿਹੜਾ ਅਪਣਾਵਾਂ। ਕੇਵ ਰਹਿਸੀ ਰੰਗ, ਇੱਥੇ ਰੰਗ ਦਾ ਅਰਥ ਹੈ ਪਿਆਰ। ਮੈਂ ਕੀ ਢੰਗ ਤਰੀਕਾ ਅਪਣਾਵਾਂ ਕਿ ਮੇਰਾ ਮੇਰੇ ਗੁਰੂ ਨਾਲ, ਪਰਮੇਸ਼ਰ ਨਾਲ ਪਿਆਰ ਬਣਿਆ ਰਹੇ। ਉਹ ਕਿਹੜੀ ਜੁਗਤ ਅਪਣਾਵਾਂ। ਤੋ ਸਾਹਿਬ ਕਿਰਪਾ ਕਰਕੇ ਉਹਦਾ ਢੰਗ ਤਰੀਕਾ ਦੱਸਦੇ ਨੇ ਅਗਲੀ ਪੰਕਤੀ ਵਿੱਚ। ਰੰਗ ਰਹਿਆ ਤਿਨ ਕਾਮਣੀ, ਜਿਨ ਮਨ ਭਾਉ ਭਾਉ ਹੋਏ। ਜੇ ਆਪਣੇ ਗੁਰੂ ਨਾਲ, ਪਰਮੇਸ਼ਰ ਨਾਲ ਪਿਆਰ ਬਣਾਉਣਾ ਹੈ ਤੇ ਦੋ ਗੱਲਾਂ ਜ਼ਿੰਦਗੀ 'ਚ ਯਾਦ ਰੱਖਣੀਆਂ ਪੈਣਗੀਆਂ। ਇੱਕ ਹੈ ਭਾਉ, ਇੱਕ ਹੈ ਭਾਵ। ਦੋਨੋਂ ਸ਼ਬਦ ਆਏ। ਭਾਉ ਦਾ ਅਰਥ ਹੈ ਡਰ, ਭਾਵ ਦਾ ਅਰਥ ਹੈ ਪਿਆਰ। ਸਾਹਿਬ ਜੀ ਕਹਿੰਦੇ ਜੇ ਤੂੰ ਆਪਣੇ ਗੁਰੂ ਪਰਮਾਤਮਾ, ਪ੍ਰਭੂ ਪਤੀ ਪਰਮੇਸ਼ਰ ਦੇ ਨਾਲ ਇਹ ਜੀਵ ਰੂਪੀ ਇਸਤਰੀ, ਤੂੰ ਗੁਰੂ ਪਰਮੇਸ਼ਰ ਨਾਲ ਆਪਣਾ ਪਿਆਰ ਬਣਾਉਣਾ ਚਾਹੁੰਦੀ ਹੈ। ਜੀਵ ਰੂਪੀ ਇਸਤਰੀ, ਕਾਮਣੀ ਦਾ ਮਤਲਬ ਹੈ ਇਸਤਰੀ। ਜੀਵ ਰੂਪੀ ਇਸਤਰੀ ਜੇ ਤੂੰ ਪ੍ਰਭੂ ਪਰਮਾਤਮਾ ਨਾਲ ਆਪਣਾ ਪਿਆਰ ਬਣਾਉਣਾ ਹੈ ਤੋ ਜਿਨ ਮਨ ਭਾਉ ਭਾਉ ਹੋਏ, ਜਿਨ੍ਹਾਂ ਦੇ ਹਿਰਦਿਆਂ ਵਿੱਚ ਪ੍ਰਭੂ ਦਾ ਪਿਆਰ ਤੇ ਪ੍ਰਭੂ ਦਾ ਡਰ ਦੋਨੋਂ ਚੀਜ਼ਾਂ ਹੋਣੀਆਂ ਜ਼ਰੂਰੀ ਨੇ। ਜਿਹੜਾ ਗੁਰੂ ਦਾ ਡਰ ਹੈ ਨਾ, ਪਰਮੇਸ਼ਰ ਦਾ ਡਰ ਹੈ, ਇਹਨੂੰ ਨਿਰਮਲ ਭਾਉ ਕਹਿੰਦੇ ਆ, ਪਿਆਰ ਵਾਲਾ ਡਰ। ਸਾਹਿਬ ਜੀ ਕਹਿੰਦੇ ਨੇ ਜਿਹਦੇ ਹਿਰਦੇ ਵਿੱਚ ਹੋਵੇ ਨਿਰਮਲ ਭਾਉ ਪਾਇਆ। ਲਾਵਾਂ ਦੇ ਪਾਠ ਵਿੱਚ ਵੀ ਸਾਹਿਬ ਕਹਿੰਦੇ ਨੇ, ਕਹਿੰਦੇ ਜਦੋਂ ਜੀਵ ਰੂਪੀ ਇਸਤਰੀ ਨੂੰ ਨਿਰਮਲ ਭਾਉ ਮਿਲ ਜਾਂਦਾ ਹੈ, ਨਿਰਮਲ ਡਰ ਤੇ ਨਿਰਮਲ ਪਿਆਰ ਮਿਲ ਜਾਂਦਾ ਹੈ, ਉਹਦਾ ਹੀ ਅਸਲ ਵਿੱਚ ਪ੍ਰਭੂ ਪਰਮਾਤਮਾ ਨਾਲ ਬਣਿਆ ਹੋਇਆ ਪਿਆਰ, ਪ੍ਰੇਮ, ਫਿਰ ਕਦੇ ਵੀ ਇਹ ਫਿੱਕਾ ਨਹੀਂ ਪੈਂਦਾ। ਤੋ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਨੇ ਪਰਮਾਤਮਾ ਨਾਲ ਪ੍ਰੇਮ ਬਣਾਉਣਾ ਉਹਨਾਂ ਦੇ ਹਿਰਦੇ ਵਿੱਚ ਪਿਆਰ ਵੀ ਹੋਵੇ, ਉਹਨਾਂ ਦੇ ਹਿਰਦੇ ਵਿੱਚ ਗੁਰੂ ਪਰਮਾਤਮਾ ਦਾ ਡਰ ਅਦਬ ਵੀ ਹੋਵੇ। ਨਾਨਕ ਭੈ ਭਾਏ ਬਾਹਰੀ, ਤਿਨ ਤਨ ਸੁਖ ਨ ਹੋਏ। ਸਾਹਿਬ ਕਿਰਪਾ ਕਰਦੇ ਜਿਨ੍ਹਾਂ ਦੇ ਹਿਰਦੇ ਵਿੱਚ ਨਾ ਡਰ ਹੋਵੇ ਤੇ ਨਾ ਪਿਆਰ ਹੋਵੇ, ਉਹਨਾਂ ਦੀ ਜ਼ਿੰਦਗੀ ਵਿੱਚ ਕਦੀ ਸੁੱਖ ਹੀ ਨਹੀਂ ਆ ਸਕਦਾ। ਕਿਉਂਕਿ ਜੇ ਗੁਰੂ ਪਰਮਾਤਮਾ ਦਾ ਡਰ ਹੋਏਗਾ ਫਿਰ ਇਨਸਾਨ ਵਿਚਰਦਿਆਂ ਹੋਇਆਂ ਸਮਾਜ ਸੰਸਾਰ ਦੇ ਵਿੱਚ ਇਹ ਪਤਾ ਹੋਏ ਕਿ ਮੇਰਾ ਗੁਰੂ, ਮੇਰਾ ਪਰਮੇਸ਼ਰ ਅੰਗ ਸੰਗ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਜਦੋਂ ਇਹ ਗੱਲ ਯਾਦ ਹੋਵੇਗੀ, ਗੁਰੂ ਦਾ ਡਰ ਹਮੇਸ਼ਾ ਕੋਲ ਹੋਵੇਗਾ, ਫਿਰ ਇਨਸਾਨ ਹਮੇਸ਼ਾ ਚੰਗੇ ਕਰਮ ਕਰਦਾ ਹੈ। ਤੋ ਸਾਹਿਬ ਜੀ ਕਹਿੰਦੇ ਚੰਗੇ ਕਰਮ ਕਰੇਗਾ ਸੁੱਖ ਆਏਗਾ। ਜੇ ਗੁਰੂ ਪਰਮਾਤਮਾ ਦਾ ਕੋਈ ਡਰ, ਉਹਦਾ ਅਦਬ, ਕੋਈ ਭੈ ਜਾਂ ਉਹਨੂੰ ਯਾਦ ਨਾ ਰੱਖਿਆ, ਫਿਰ ਇਨਸਾਨ ਗਲਤ ਰਸਤੇ 'ਤੇ ਤੁਰ ਪੈਂਦਾ। ਗਲਤ ਰਸਤੇ 'ਤੇ ਤੁਰਿਆ ਜ਼ਿੰਦਗੀ 'ਚ ਦੁੱਖ ਆਉਂਦੇ ਨੇ। ਤੋ ਸਾਹਿਬ ਕਿਰਪਾ ਕਰਦੇ ਨੇ ਭੈ ਭਾਏ ਬਾਹਰੀ, ਜਿਨ੍ਹਾਂ ਦੇ ਹਿਰਦੇ ਵਿੱਚ ਨਾ ਡਰ ਹੋਵੇ ਨਾ ਪਿਆਰ ਹੋਵੇ, ਉਹਨਾਂ ਦੀ ਜ਼ਿੰਦਗੀ ਵਿੱਚ ਕਦੀ ਸੁੱਖ ਨਹੀਂ ਆਉਂਦਾ। ਜਿਨ੍ਹਾਂ ਨੇ ਪਰਮਾਤਮਾ ਦਾ ਪਿਆਰ ਤੇ ਡਰ ਹਿਰਦੇ 'ਚ ਰੱਖਿਆ, ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਪਰਮਾਤਮਾ ਨੇ ਸਦਾ ਹੀ ਪ੍ਰੇਮ ਬਣਾ ਦਿੱਤਾ, ਪਿਆਰ ਬਣਾ ਦਿੱਤਾ। ਇਸੇ ਕਰਕੇ ਜਪਜੀ ਸਾਹਿਬ ਦੀ ਬਾਣੀ ਵਿੱਚ ਸਾਹਿਬ ਜੀ ਕਹਿੰਦੇ ਨੇ ਗਾਵੀਐ ਸੁਣੀਐ ਮਨ ਰੱਖੀਐ ਭਾਉ। ਕਹਿਣ ਲੱਗੇ ਜੇ ਗਾਵੀਏ ਸੁਣੀਏ ਤੇ ਮਨ ਵਿੱਚ ਪਿਆਰ ਬਣਦਾ ਹੈ, ਪ੍ਰੇਮ ਬਣਦਾ ਹੈ। ਤੇ ਜਦੋਂ ਪ੍ਰੇਮ ਪਿਆਰ ਗੁਰੂ ਪਰਮਾਤਮਾ ਨਾਲ ਬਣ ਜਾਂਦਾ ਹੈ, ਫਿਰ ਸਿੱਖ ਗੁਰੂ ਦੇ ਦੱਸੇ ਹੋਏ ਮਾਰਗ ਉੱਤੇ ਚੱਲ ਕੇ ਆਪਣਾ ਲੋਕ ਵੀ ਸਵਾਰ ਲੈਂਦਾ ਹੈ, ਪਰਲੋਕ ਵੀ ਸਵਾਰ ਲੈਂਦਾ ਹੈ। ਜਿੱਥੇ ਅੱਜ ਅਸੀਂ ਸ਼ਬਦ ਵਿਚਾਰ ਸਰਵਣ ਕੀਤੀ ਹੈ, ਗੁਰੂ ਮਹਾਰਾਜ ਜੀ ਦੇ ਜੀਵਨ ਤੇ ਕੁਝ ਸਾਖੀਆਂ ਸੁਣੀਆਂ ਨੇ, ਉਹਦੇ ਨਾਲ ਅੱਜ ਇੱਕ ਹੋਰ ਵੀ ਜਿਹੜਾ ਦਿਨ ਹੈ, ਅੱਜ ਦੇ ਦਿਨ ਭਾਈ ਕੇਰ ਸਿੰਘ ਜੀ, ਭਾਈ ਸਤਵੰਤ ਸਿੰਘ ਜੀ, ਉਹਨਾਂ ਨੂੰ ਅੱਜ ਦੇ ਦਿਨ ਫਾਂਸੀ ਹੋਈ, ਉਹ ਸ਼ਹੀਦ ਹੋਏ। ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ, ਹਿੰਦੁਸਤਾਨ ਦੀ ਜੋ ਪ੍ਰਧਾਨ ਮੰਤਰੀ ਹੈ, ਜਿਨਨੇ
ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਵਾਇਆ ਤੇ ਅਨੇਕਾਂ ਬੱਚੇ ਬਜ਼ੁਰਗ ਬੀਬੀਆਂ ਨੂੰ ਸ਼ਹੀਦ ਕੀਤਾ। ਉਸ ਨੂੰ 31 ਅਕਤੂਬਰ ਵਾਲੇ ਦਿਨ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਹੋਣਾ ਨੇ ਉਸ ਨੂੰ ਉਹਦੀ ਕੀਤੀ ਦਾ ਫਲ ਭੁਗਤਾਇਆ। ਬੇਅੰਤ ਸਿੰਘ ਮੌਕੇ ਤੇ ਸ਼ਹੀਦ ਹੋ ਗਏ। ਸਤਵੰਤ ਸਿੰਘ ਤੇ ਕੇਹਰ ਸਿੰਘ ਹੋਣੀ ਇਹਨਾਂ ਨੂੰ ਬਾਅਦ ਵਿੱਚ 3 ਮਹੀਨੇ ਬਾਅਦ ਉਹਨਾਂ ਨੂੰ ਫਾਂਸੀ ਹੋਈ। ਅੱਜ ਉਹਨਾਂ ਦਾ ਜਿਹੜਾ ਸ਼ਹੀਦੀ ਦਿਨ ਵੀ ਹੈ। ਗੁਰੂ ਮਹਾਰਾਜ ਕਿਰਪਾ ਕਰਨ ਐਸੇ ਸੂਰਬੀਰ ਯੋਧੇ ਇਸ ਧਰਤੀ ਦੇ ਉੱਤੇ ਆਉਂਦੇ ਹੀ ਰਹਿਣ ਤਾਂ ਕਿ ਜ਼ਾਲਮਾਂ ਨੂੰ ਇਸੇ ਤਰ੍ਹਾਂ ਉਹਨਾਂ ਦੀ ਕੀਤੀ ਦਾ ਫਲ ਭੁਗਤਾਉਂਦੇ ਰਹਿਣ। ਆਓ ਸਤਿਗੁਰੂ ਮਹਾਰਾਜ ਜੀ ਕਿਰਪਾ ਕਰੇ ਅਸੀਂ ਉਹਨਾਂ ਦੇ ਜੀਵਨ ਤੋਂ ਵੀ ਸੇਧ ਲੈ ਸਕੀਏ। ਸ਼ਬਦ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਅਗਾਂਹ ਵਾਸਤੇ ਸਤਿਗੁਰੂ ਸਮਤ ਬਖਸ਼ਿਸ਼ ਕਰਨ। ਗਿਆਨੀ ਜਸਵਿੰਦਰ ਸਿੰਘ ਜੀ ਸ਼ਹੂਰ ਉਹਨਾਂ ਨੇ ਅੱਜ ਦਾਸ ਨੂੰ ਹੁਕਮ ਕੀਤਾ ਕਿ ਤੁਸੀਂ ਸ਼ਬਦ ਵਿਚਾਰ ਕਰੋ। ਉਹਨਾਂ ਦਾ ਕੋਈ ਰੁਝੇਵਾਂ ਸੀ, ਇਸ ਕਰਕੇ ਮੈਂ ਉਹਨਾਂ ਦੇ ਹੁਕਮ ਮੁਤਾਬਕ ਆਪ ਸੰਗਤਾਂ ਨਾਲ ਸ਼ਬਦ ਦੀ ਵਿਚਾਰ ਕੀਤੀ ਹੈ। ਬੇਅੰਤ ਭੁੱਲਾਂ ਹੋ ਗਈਆਂ, ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣਯੋਗ ਹੈ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਪਾਠ ਉਪਰੰਤ ਗੁਰੂ ਚਰਨਾਂ 'ਚ ਅਰਦਾਸ ਹੋਵੇਗੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ।